ਹੈਲੋ ਬੇਟਾ। ਹੈਲੋ। ਹਾਂਜੀ। ਅੱਜ ਅਸੀਂ ਨਵਾਂ ਉਸ ਤੋਂ ਅਗਲਾ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ, ਸੈਕਸ਼ਨ ਫਾਰਮੂਲਾ। ਸੈਕਸ਼ਨ ਫਾਰਮੂਲਾ ਕਿਸ ਤਰ੍ਹਾਂ ਕਰਨਾ, ਸੇਮ ਪਹਿਲਾਂ ਡਿਸਟੈਂਸ ਫਾਰਮੂਲਾ ਕੀਤਾ ਸੀ, ਹੁਣ ਸੈਕਸ਼ਨ ਫਾਰਮੂਲਾ। ਇਹ ਆ ਗਿਆ ਸਾਡਾ ਐਕਸ ਐਕਸਿਸ, ਵਾਈ ਐਕਸਿਸ। ਇਹ ਕੋਈ ਦੋ ਪੁਆਇੰਟਸ ਬੇਟੇ ਲੈ ਲਏ, ਏ ਬੀ। ਏ ਦੇ ਕੋਆਰਡੀਨੇਟਸ ਹੈਗੇ x1 y1 ਅਤੇ ਬੀ ਦੇ ਕੋਆਰਡੀਨੇਟਸ ਹੈਗੇ x2 y2। P कोई पॉइंट है एक्स वाई विच डिवाइड्स ए बी इन द रेशो M1 रेशो M2। P जिहड़ा पॉइंट है वो ए बी लाइन सैगमेंट नूं M1 रेशो M2 ਦੇ ਵਿੱਚ डिवाइड करदा। ਤੇ ਇਹਦੇ ਵਿੱਚ ਆਪਾਂ x1 x ਤੇ y ਦੀ ਵੈਲਿਊਜ਼ ਫਾਈਂਡ ਆਊਟ ਕਰ ਲੈਣੀ ਆ ਇਨ ਟਰਮਸ ਆਫ x1 y1 x2 y2 ਐਂਡ M1 M2। ਦੇਖੋ ਕਿਸ ਤਰ੍ਹਾਂ ਇਹਦੀ ਮੈਂ ਡੈਰੀਵੇਸ਼ਨ ਪਹਿਲਾਂ ਤੁਹਾਨੂੰ ਕਰਾ ਦੇਣ ਲੱਗਾ। ਇਹ ਸਮਝ ਆ ਗਿਆ ਤੇ ਕੁਐਸਚਨਸ ਈਜ਼ੀਲੀ ਸਿੰਪਲੀਫਾਈ ਹੋ ਜੂਗੇ। ਇੱਥੋਂ ਆਪਾਂ ਪਰਪੈਂਡੀਕੂਲਰ ਡਰਾ ਕਰ ਦੇਣਾ ਐਕਸ ਐਕਸਿਸ ਤੇ ਏ ਆਰ ਲੈ ਲਿਆ ਪਰਪੈਂਡੀਕੂਲਰ ਟੂ ਓ ਐਕਸ, ਪੀ ਐਸ perpendicular to OS OX, BT perpendicular to OX। परपेंडिकुलर्स ड्रॉ कर ਦਿੱਤੇ। ਇੱਥੋਂ ਆਪਾਂ ਇਹਦੇ ਪੈਰਲਲ ਲਾਈਨ ਡਰਾ ਕਰ ਦਿਓ ਜਾਂ ਇਹਦੇ ਉੱਤੇ ਪਰਪੈਂਡੀਕੂਲਰ ਡਰਾ ਕਰ ਦਿਓ। ਏ ਕਿਊ perpendicular to PS, PC perpendicular to BT, ਇਹਦੇ ਤੇ ਪਰਪੈਂਡੀਕੂਲਰ ਡਰਾ ਕਰ ਦਿੱਤਾ। ਹੁਣ ਇਸ ਤੋਂ ਬਾਅਦ ਕੀ ਕਰਨਾ ਆਪਾਂ, ਦੇਖੋ ਇਹ ਸਾਰਾ ਡਿਸਕ੍ਰਿਪਸ਼ਨ ਨਾ ਸਾਰੀ ਇਹ ਲਿਖ ਦੇਣੀ ਆ ਵੀ ਕਿਸ ਤਰ੍ਹਾਂ ਆਪਾਂ ਕੈਲਕੂਲੇਸ਼ਨ ਕਰਨੀ ਇਹਦੀ। ਉਸੇ ਤਰ੍ਹਾਂ ਹੀ ਆ ਕਿ ਆ ਜੇ x1 ਹੈ, ਇਹ ਡਿਸਟੈਂਸ ਇਹ ਐਕਸ ਐਕਸਿਸ ਤੇ ਆ ਡਿਸਟੈਂਸ ਆ x1 ਹੋ ਗਿਆ, ਆ y1 ਹੋ ਗਿਆ, ਜਿੱਦਾਂ ਡਿਸਟੈਂਸ ਫਾਰਮੂਲੇ 'ਚ ਕੀਤਾ ਸੀਗਾ। ਆ x1 ਆ ਗਿਆ, ਆ x ਹੈਗਾ ਇਸ ਪੁਆਇੰਟ 'ਤੇ, ਇੱਥੋਂ ਲੈ ਕੇ ਇੱਥੇ ਤੱਕ ਦਾ ਡਿਸਟੈਂਸ x ਹੋ ਗਿਆ, x ਆ ਗਿਆ। ਇਹ x2 ਹੈ, ਆਹ ਵਾਲਾ ਔਰੀਜਨ ਤੋਂ ਲੈ ਕੇ ਇੱਥੇ ਤੱਕ ਦਾ ਡਿਸਟੈਂਸ ਹੋ ਗਿਆ ਕਿੰਨਾ, x2 ਹੋ ਗਿਆ। ਆਹ ਸਾਡੇ ਕੋਲ x2 ਆ ਗਿਆ। ਇਸੇ ਤਰ੍ਹਾਂ ਬੇਟੇ ਆਹ ਵਾਲਾ ਡਿਸਟੈਂਸ ਕਿੰਨਾ ਹੈਗਾ ਸਾਡੇ ਕੋਲ, y1 ਹੈਗਾ, ਇੱਥੋਂ ਲੈ ਕੇ ਇੱਥੇ ਤੱਕ, ਇੱਥੋਂ ਲੈ ਕੇ ਇੱਥੇ ਤੱਕ ਆ ਸਾਡੇ ਕੋਲ ਡਿਸਟੈਂਸ ਹੈਗਾ y, ਇੱਥੋਂ ਲੈ ਕੇ ਇੱਥੇ ਤੱਕ ਹੈਗਾ ਸਾਡੇ ਕੋਲ y। ਆਹ ਪੁਆਇੰਟ ਤੋਂ ਲੈ ਕੇ ਆਹ ਪੁਆਇੰਟ ਤੱਕ ਇਹ ਡਿਸਟੈਂਸ ਹੈਗਾ y2, ਇਹ ਸਾਡੇ ਕੋਲ y2 ਆ ਗਿਆ ਡਿਸਟੈਂਸ। ਠੀਕ ਹੈ ਬੇਟੇ। ਇਹਦੇ ਵਿੱਚੋਂ ਇਹਦੀ ਵੈਲਿਊ ਕੱਢ ਲਓ, RS ਦੀ ਵੈਲਿਊ ਕਿੰਨੀ ਆ ਗਈ, ਟੋਟਲ ਡਿਸਟੈਂਸ x ਦੇ ਵਿੱਚੋਂ x1 ਮਾਈਨਸ ਕਰ ਦੇਣਾ, ਸੋ ਦਿਸ ਇਜ਼ ਇਕੁਅਲ ਟੂ ਆ ਜਾਏਗਾ ਸਾਡੇ ਕੋਲ x ਮਾਈਨਸ x1। ਇਹ x ਮਾਈਨਸ x1 ਆ ਗਿਆ ਤੇ ਆ ਵੀ x ਮਾਈਨਸ x1 ਹੋ ਗਿਆ। ਆ ਵੀ ਡਿਸਟੈਂਸ ਫਾਈਂਡ ਆਊਟ ਕਰ ਲਓ, ਟੋਟਲ ਡਿਸਟੈਂਸ ਹੈਗਾ x2 ਆ ਸਾਰਾ। ਠੀਕ ਹੈ, ਉਹਦੇ ਵਿੱਚੋਂ ਆ x ਮਾਈਨਸ ਕਰ ਦਈਏ ਤੇ ਆਹ ਵਾਲਾ ਡਿਸਟੈਂਸ ਆ ਜਾਂਦਾ। ਇਹ ਡਿਸਟੈਂਸ ਆ ਗਿਆ ਸਾਡੇ ਕੋਲ ਕਿੰਨਾ ਆ ਗਿਆ, x2 ਮਾਈਨਸ x, x2 ਮਾਈਨਸ x। ਜਿੰਨਾ ਡਿਸਟੈਂਸ ਆਹ ਵਾਲਾ ਉਨਾ ਹੀ ਡਿਸਟੈਂਸ ਆਹ ਵਾਲਾ, ਇਹ ਆ ਜਾਏਗਾ ਸਾਡੇ ਕੋਲ x2 ਮਾਈਨਸ x। ਇਹ ਆਪਾਂ ਯੂਜ਼ ਕਰਨਾ ਫਿਰ ਬੇਟੇ ਬਾਅਦ ਵਿੱਚ। ਹੁਣ ਜੇ ਆਹ ਡਿਸਟੈਂਸ y1 ਆ ਤੇ ਆ ਵੀ y1 ਹੈ, ਤੇ ਜੇ ਆਹ y1 ਆ ਟੋਟਲ y ਆ, y ਦੇ ਵਿੱਚੋਂ y1 ਮਾਈਨਸ ਕਰ ਦਿੱਤਾ, ਆਹ ਸਾਡੇ ਕੋਲ ਡਿਸਟੈਂਸ ਆ ਜਾਏਗਾ ਕਿੰਨਾ ਆ ਜਾਏਗਾ, y ਮਾਈਨਸ y1, y ਮਾਈਨਸ y1 ਆ ਗਿਆ। ਆਹ ਟੋਟਲ y2 ਹੈਗਾ ਸਾਡੇ ਕੋਲ, ਇਹ ਡਿਸਟੈਂਸ ਹੈਗਾ ਜੇ y, y2 ਦੇ ਵਿੱਚੋਂ y ਮਾਈਨਸ ਕਰ ਦਈਏ ਤੇ ਆਹ ਡਿਸਟੈਂਸ y ਹੈਗਾ ਤੇ ਆ ਵੀ y ਹੋ ਗਿਆ। ਤੇ ਜੇ ਆਹ y ਆ ਗਿਆ, y2 ਦੇ ਵਿੱਚੋਂ y ਮਾਈਨਸ ਕਰ ਦਿੱਤਾ, ਇੰਨਾ ਡਿਸਟੈਂਸ ਆਹ ਵਾਲਾ ਆ ਜਾਏਗਾ। ਫਿਰ ਇਹਨੂੰ ਪੁਆਇੰਟ ਆਪਾਂ ਨੇਮ ਦੇ ਦਿੱਤਾ C, ਤੇ BC ਡਿਸਟੈਂਸ ਜਿਹੜਾ ਆ ਗਿਆ ਉਹ y2 ਮਾਈਨਸ y ਆ ਗਿਆ, y2 ਮਾਈਨਸ y। ਫਿਰ ਬੇਟੇ ਕੀ ਕਰਨਾ ਆਪਾਂ,
कि आ वालियां दो ट्रायंगल्स ਨੂੰ ਸਿਮਿਲਰ ਪ੍ਰੂਵ ਕਰ ਦੇਣਾ। ਜੇ ਸਿਮਿਲਰ ਪ੍ਰੂਵ ਕਰ ਦਾਂਗੇ ਇਹਨਾਂ ਦੇ ਕੋਰਸਪੋਂਡਿੰਗ ਸਾਈਡਸ ਦੀ ਰੇਸ਼ੋ ਲੈ ਲਾਂਗੇ, ਰੇਸ਼ੋ ਦੇ ਵਿੱਚੋਂ ਆਪਾਂ x ਤੇ y ਦੀ ਵੈਲਿਊ ਕੱਢ ਲਾਂਗੇ। ਇਹ ਸਾਰਾ ਕੁਝ ਆਪਾਂ ਇਹਦੇ ਵਿੱਚ ਕਰਨਾ। ਹੁਣ ਲਿਖਣਾ ਕਿਸ ਤਰ੍ਹਾਂ ਆ, ਇੱਥੇ ਲਿਖਣਾ ਲੈਟ a x1 y1 and b x2 y2 be the given 2 points. Let pxy be any point on the line segment AB which divides it ਦਾ ਮਤਲਬ AB ਨੂੰ divides it in the ratio m1 ratio m2। फिर इत्थे लिख देना ड्रॉ PR perpendicular to OX, PS perpendicular to OX, BT perpendicular to OX, and AQ perpendicular to PS, PC perpendicular to BT। परपेंडिकुलर्स ड्रॉ कर दिते। हुण आ सारे डिस्टेंस जिहड़े दिते आ किस तरह, है कि दिता OR इज इक्वल टू x1। जो जो इत्थे कीता सी वो इत्थे आपां लिख देना OS इज इक्वल टू x, OT इज इक्वल टू x2। आपां डिस्टेंस RS की वैल्यू कढनी है, RS इज इक्वल टू x माइनस x1 इज इक्वल टू AQ। फिर आ गया साडे कोल ST की वैल्यू कितनी x2 माइनस x, x2 माइनस x। ST का मतलब है PC की वैल्यू आ गई। हुण इस तो बाद आपां AR इज इक्वल टू y1 इज इक्वल टू AR y1, PS आ लिख लो पहला PS इज इक्वल टू y, BT इज इक्वल टू y2। हुण आपां फाइंड आउट करना पहला PQ ते BC। PQ इज इक्वल टू PQ का मतलब है PS माइनस QS, PS की वैल्यू y, QS का मतलब है AR कितना y1, PQ आ गया साढ़े को। हुण BC इज इक्वल टू BT माइनस CT, BT माइनस CT। BT की वैल्यू कितनी है y2 माइनस CT की वैल्यू कितनी है y, CT मतलब PS y। हुण इन्हां दी वैल्यूज आ गई। हुण आ दोनों ट्रायंगल्स नूं सिमिलर प्रूव कर देना। किहड़े ट्रायंगल हैगी आ, दो ट्रायंगल्स कदों सिमिलर हुंदियां, एक ते आ साडे कोल ट्रायंगल हैगी आ PQA, ਇਹਦੀ वैल्यू हैगी x माइनस x1, ਇਹਦੀ वैल्यू हैगी y माइनस y1। यह 90 डिग्री है, परपेंडिकुलर है। BCP एक दूसरी ट्रायंगल हैगी आ BCP, यह हैगा साडे कोल x2 माइनस x, हैगा y2 माइनस
y2 minus y 90 degree। ਇਹਨਾਂ ਦੋਨੋਂ triangles ਨੂੰ similar prove ਕਰਨਾ। Two triangles are said to be similar if the two angles of this triangle are equal to the two angles of this triangle, then the triangles are similar ਹੋ ਗਈਆਂ। ਹੁਣ ਆਹ ਵਾਲਾ ਐਂਗਲ ਤੇ ਆਹ ਵਾਲਾ ਐਂਗਲ equal ਨੇ because corresponding angle lines, these lines are parallel, perpendicular ਨੇ ਨਾ, ਆਹ perpendicular ਇਹਦੇ ਤੇ। ਹੁਣ ਇੱਥੇ ਲਿਖਣਾ in triangle, ਪਹਿਲਾਂ ਇੱਥੇ ਲਿਖ ਦੇਣਾ in triangle PAQ and triangle BPC, angle A is equal to angle P, या इनू 1 and 2 नेम दे दो, 1 ते 2। एंगल A is equal to angle P और angle 1 is equal to angle 2। ਇਹਦਾ रीज़न है because corresponding angles, when the lines are parallel corresponding angles are equal। ਹੁਣ angle Q is equal to angle C because 90 degree each, therefore triangles are similar BPC। ਜੇ triangles similar ਆ ਤੇ corresponding sides ਦੀ ratio equal ਆ ਗਈ। ਫਿਰ corresponding sides ਕਿਵੇਂ ਲੈਣੀਆਂ, ਆ ਐਂਗਲ ਇਹਦੇ equal ਆ ਤੇ ਇਹਦਾ ਮਤਲਬ ਜੇ if the two angles of this triangle are equal to the two angles, third angle automatically equal ਹੋ ਜਾਂਦਾ। ਹੁਣ third angle ਦੇ opposite side AQ, ਜੇ triangle similar ਆ therefore ਕੀ ਇੱਥੇ ਲਿਖਾਂਗੇ AQ over AQ over ਕੀ ਆ ਜਾਏਗਾ ਸਾਡੇ ਕੋਲ, ਆ ਦੇਖੋ AQ ਇਹਦੇ ਆਪੋਜ਼ਿਟ ਹੈ AQ, ਆ ਐਂਗਲ ਇਹਦੇ ਇਕੁਅਲ ਹੈ, ਇਹਦੇ ਆਪੋਜ਼ਿਟ ਹੈ PC, AQ ਓਵਰ PC ਇਜ਼ ਇਕੁਅਲ ਟੂ ਕੀ ਆ ਜਾਏਗਾ, ਇਸ ਐਂਗਲ ਦੇ ਆਪੋਜ਼ਿਟ ਸਾਈਡ PQ ਓਵਰ ਇਹ ਐਂਗਲ ਇਹਦੇ ਇਕੁਅਲ ਹੈ, ਇਹਦੇ ਆਪੋਜ਼ਿਟ ਸਾਈਡ BC ਆ ਗਿਆ ਇਜ਼ ਇਕੁਅਲ ਟੂ 90 ਡਿਗਰੀ ਦੇ ਆਪੋਜ਼ਿਟ ਸਾਈਡ AP, ਇਹ 90 ਇਹਦੇ ਇਕੁਅਲ ਹੈ, ਇਹਦੇ ਆਪੋਜ਼ਿਟ ਸਾਈਡ PB ਜਾਂ BP, ਇਹ ਆ ਗਿਆ ਸਾਡੇ ਕੋਲ। ਹੁਣ ਬੇਟੇ ਇਹਨਾਂ ਦੀਆਂ ਵੈਲਿਊਜ਼ ਫਿਲ ਕਰ ਦੇਣੀਆਂ ਕਿੱਥੋਂ, ਇੱਥੋਂ ਦੇਖ ਕੇ ਕਿ ਕਿਸ ਤਰ੍ਹਾਂ AQ ਦਾ ਮਤਲਬ ਆਪਾਂ ਇੱਥੇ ਵੈਲਿਊਜ਼ ਕੱਢ ਲਈਆਂ ਹੀ ਆ। AQ ਦੀ ਵੈਲਿਊ ਕਿੰਨੀ ਕੱਢੀ ਹੈ, ਆ ਦੇਖੋ AQ x ਮਾਈਨਸ x1, ਇੱਥੇ ਲਿਖਾਂਗੇ x ਮਾਈਨਸ x1 ਓਵਰ PC ਦੀ ਵੈਲਿਊ ਕਿੰਨੀ x2 ਮਾਈਨਸ x is equal to PQ ਦੀ ਵੈਲਿਊ ਕਿੰਨੀ ਕੱਢ ਲਈ ਆ y ਮਾਈਨਸ y1 ਓਵਰ BC ਦੀ ਵੈਲਿਊ y2 ਮਾਈਨਸ y is equal to AP ਦਾ ਕੀ ਮਤਲਬ ਹੈ, AP ਦਾ ਮਤਲਬ ਹੈ M1, BP ਦਾ ਕੀ ਮਤਲਬ ਹੈ M2। ਹੁਣ ਇਹਦੇ ਵਿੱਚੋਂ ਆਪਾਂ x1 ਤੇ x ਤੇ y ਦੀ ਵੈਲਿਊਜ਼ ਕੱਢ ਲੈਣੀਆਂ। ਹੁਣ x ਦੀ ਵੈਲਿਊ ਕੱਢਣ ਦੇ ਲਈ ਕੀ ਕਰਾਂਗੇ, ਇਹਨੂੰ ਇਹਦੇ ਇਕੁਅਲ ਲਿਖ ਦਾਂਗੇ, y ਦੀ ਵੈਲਿਊ ਕੱਢਣ ਲਈ ਇਹਨੂੰ ਇਹਦੇ ਇਕੁਅਲ ਲਿਖ ਦਾਂਗੇ। ਕੀ ਆ ਜਾਏਗਾ x ਮਾਈਨਸ x1 ਓਵਰ x2 ਮਾਈਨਸ x ਇਜ਼ ਇਕੁਅਲ ਟੂ M1 ਓਵਰ M2 ਆ ਜਾਏਗਾ ਸਾਡੇ ਕੋਲ। ਹੁਣ ਇਸ ਤੋਂ ਅੱਗੇ ਕੀ ਆਏਗਾ, ਇਹਨੂੰ ਇਹਦੇ ਨਾਲ ਕ੍ਰੋਸ ਮਲਟੀਪਲਾਈ ਕਰ ਦਿਓ, M2x ਮਾਈਨਸ M2x1 ਇਜ਼ ਇਕੁਅਲ ਟੂ M1x2 ਮਾਈਨਸ M1x। x ਵਾਲੇ ਸੈਪਰੇਟ ਕਰ ਲੈਣੇ, ਇਹਨੂੰ ਇੱਧਰ ਲੈ ਜਾਓ, M2 ਪਲੱਸ M1 ਤੇ x ਲੈ ਲਿਆ ਆਪਾਂ ਕਾਮਨ ਇਜ਼ ਇਕੁਅਲ ਟੂ M1x2 ਪਲੱਸ ਇਹ ਉੱਧਰ ਜਾ ਕੇ ਪਲੱਸ ਦਾ ਹੋ ਗਿਆ M2x1। ਇਹਦੇ ਵਿੱਚੋਂ x ਦੀ ਵੈਲਿਊ ਕੱਢ ਲੈਣੀ, x ਇਜ਼ ਇਕੁਅਲ ਟੂ x ਦੇ ਨਾਲ ਵਾਲਾ ਡਿਨੋਮੀਨੇਟਰ 'ਚ ਆ ਜਾਏਗਾ M1x2 ਪਲੱਸ M2x1 ਓਵਰ ਆ ਗਿਆ M1 ਪਲੱਸ M2। ਇਹ ਤਾਂ x ਦੀ ਵੈਲਿਊ ਆ ਗਈ ਸਾਡੀ। ਹੁਣ ਆਪਾਂ ਇੱਥੋਂ ਹੀ ਸੇਮ y ਦੀ ਵੈਲਿਊ ਵੀ ਕੱਢ ਲੈਣੀ, ਇਹਨੂੰ ਇਹਦੇ ਇਕੁਅਲ ਲਿਖ ਦੇਣਾ। ਹੁਣ ਕੀ ਲਿਖਾਂਗੇ ਇੱਥੇ y ਮਾਈਨਸ y1 ਓਵਰ y2 ਮਾਈਨਸ y ਇਜ਼ ਇਕੁਅਲ ਟੂ M1 ਓਵਰ M2। क्रॉस मल्टीप्लाई कर दो M2y माइनस
m2y1 इज इक्वल टू m1y2 माइनस m1y y वाले सैपरेट कर दो, इनू y नू इधर ले आओ, m1 प्लस m2 इंटू y इज इक्वल टू m1y2 आ उधर जाके प्लस का हो गया m2y1 तो इतों y की वैल्यू कट लो, कितना आ गया m1y2 प्लस m2y1 ओवर की आ गया साढ़े को m1 प्लस m2। ये बेटे तुहाडा सैक्शन फॉर्मूला x ते y की वैल्यू m1 m2 x1 x2 y1 y2 दे विच कढ लैनी है। सो मेन पॉइंट की सीगा कि एक बारी फिर देख लो सारा की सीगा कि आ एक लाइन सैगमेंट है ए बी, ये कोआर्डीनेट्स x1 y1 तो ये कोआर्डीनेट्स है x2 y2, पी एक्स वाई कोई पॉइंट है विच डिवाइड्स ए बी इन द रेशो m1 रेशो m2 तो एक्स वाई की वैल्यूज़ फाइंड आउट करो। इतों परपेंडिकुलर ड्रॉ कर लेने आ, इतों भी परपेंडिकुलर ड्रॉ कर दिता, बस इन्हों दी वैल्यूज़ लिख लैनिया, आ एक्स एक्स तो आ x1 हो गया, आ इहदा एक्स वाला पॉइंट है, इतों लैके इत्थे तक x हो गया, इहदा पॉइंट x2 आ, इतों लैके इत्थे तक x2 हो गया, इहदी वैल्यू कढ लो तो इहदी वैल्यू भी कढ लो। इहदी वैल्यू कितनी टोटल दे विचों ओरिजिन तो स्टार्ट करना, टोटल दे विचों आ माइनस कर दिता, आ x माइनस x1 आ गया, इहदे विचों आ माइनस करता तो x2 माइनस x आ गया, जे आ x माइनस x1 आ तो आ भी x माइनस x1 आ, x2 माइनस x आ तो आ भी x2 माइनस x आ। इस तरह यदी वैल्यू भी कढ लैनी, यदी वैल्यू भी कढ लैनी, जो वैल्यूज़ कढ लैनिया आ दोनों ट्रायंगल्स नूं सिमिलर प्रूव कर देना, आ वाला एंगल ये इक्वल आ वाला एंगल ये इक्वल आ, दो ट्रायंगल्स सिमिलर हो गई, जो सिमिलर हो गई तो फिर उन्होंने कोरसपोंडिंग साइड्स की आ रेशो लिख देनी, आ वाली ए क्यू ओवर पी सी तो आ इक्वल आ गए। कोरसपोंडिंग साइड की रेशो किमें लिखनी आ, इस एंगल दे आ थर्ड एंगल दे इक्वल है, ये अपोजिट साइड किहड़ी आ ए क्यू तो आ ये इक्वल है, ये अपोजिट साइड पी सी ए क्यू ओवर पी सी लिखना इत्थे। फिर एक जिहड़ा मर्जी एंगल पहला ले लो, इस एंगल के अपोजिट साइड ए पी क्यू आ गया, आ एंगल ये इक्वल है, ये अपोजिट साइड बी सी आ गई, फिर आ जी थर्ड साइड रह गई वो लिख दो। उपर जे एक ट्रायंगल की साइड आ वाली इत्थों पहला लई आ तो फिर सैकेंड तो थर्ड टाइम भी इसे ट्रायंगल दी साइड्स उपर लैनिया, ये नहीं आ दूसरी बारी ये ट्रायंगल दी साइड्स उपर लै लो, नहीं तो गलत हो जाएगा। सो आफ्टर दैट फिल अप दीज वैल्यूज़, एक्स की वैल्यू कढ़ ली, इनू ये को लेके क्रॉस मल्टीप्लाई करके एक्स कढ़ लो, इनू ये को लेके वाई कढ़ लो, तो वह रिक्वायर्ड आंसर आ जाएगा। हुण बेटे अगला तुहाडा नैक्सट है मिड पॉइंट फार्मूला। मिड पॉइंट फार्मूले का भी सैक्शन फार्मूले का एक पार्ट है। किस तरह सपोज कर लो आ एक लाइन सैगमेंट है ए, ये कोआर्डीनेट्स है x1 y1, आ है बी, ये कोआर्डीनेट्स है x2 y2, आ कोई पॉइंट है पी मिडल दे विच, मिड पॉइंट है ना पी, ये कोआर्डीनेट्स है एक्स वाई, ये मिड दे विच है, इसका मतलब रेशो 1:1 हो गई, 1:1 हो गई। तो जो आप हुण सैक्शन फार्मूला ये जो रेशो वाला क्वेश्चन आ जाए तो मतलब सैक्शन फार्मूला अप्लाई करना। सैक्शन फार्मूला किस तरह अप्लाई करना, हुण एक्स की वैल्यू कढ लैनी, इत्थे एक्स की वैल्यू किद्दां कढनी, इत्थे लिख देना बाई सैक्शन फार्मूला, की आ जाएगा ए 1 जिहड़ा हैगा उहनूं इधरले एक्स वाले नाल मल्टीप्लाई कर देना, 1 इंटू x1 प्लस का साइन ऑलवेज, इधरले 1 नूं इधरले ना मल्टीप्लाई, इधरले एक्स वाले ना मल्टीप्लाई कर देना, 1 इंटू x2 ओवर 1 प्लस 1 आ गया। तो जो y की वैल्यू कढनी आ उदों ए वाले 1 नूं y वाली रकम नाल मल्टीप्लाई कर देना, प्लस आ वाले 1 नूं y2 नाल मल्टीप्लाई कर देना, ओवर की आ जाएगा 1 प्लस 1 आ गया। तो x इज इक्वल टू किहदे बराबर आ गया, x1 प्लस x2 ओवर 2, तो y की वैल्यू कितनी आ गई, y1 प्लस y2 ओवर 2। ये मिड पॉइंट फार्मूला डायरैक्टली तुसीं ला, मिड पॉइंट का मतलब जे रेशोज इक्वल गिवन है तो मिड पॉइंट फार्मूला अप्लाई कर सकते हैं। हुण ये सैक्शन फार्मूला जो अप्लाई करांगे तुहानूं होर ज़्यादा इहदा क्वेश्चन का क्लीयर हो जाएगा कि सैक्शन फार्मूला आप किस तरह की आंसर्स है उहदे। फाइंड द कोआर्डीनेट्स ऑफ द पॉइंट विच डिवाइड्स द लाइन सैगमेंट joining the points this and this in the ratio 3:1 internally। देखो एक लाइन सेगमेंट है ए,
ਤੇ ਆ ਬੀ ਏ ਦੇ ਪੁਆਇੰਟਸ ਦਿੱਤੇ ਆ, ਸਪੋਜ਼ ਕਰ ਲਓ 4, -3, ਬੀ ਦੇ ਪੁਆਇੰਟਸ ਦਿੱਤੇ ਆ 8, 5, ਆ ਕੋਈ ਪੁਆਇੰਟ ਹੈ ਪੀ, ਇਹਦੇ ਕੋਆਰਡੀਨੇਟਸ ਹੈਗੇ XY, ਇਹ ਇਹਨੂੰ 3:1 ਦੇ ਵਿੱਚ ਡਿਵਾਈਡ ਕਰਦੇ ਆ। ਪੀ x, y divides line segment joining AB in the ratio 3:1। फिर therefore by section formula अप्लाई करांगे। by section formula ਕੀ ਆ ਜਾਏਗਾ, x ਦੀ ਵੈਲਿਊ ਕੱਢਣ ਦੇ ਲਈ x ਇਜ਼ ਇਕੁਅਲ ਟੂ ਆਹ ਵਾਲੇ 1 ਨੂੰ ਇੱਧਰਲੇ ਨੰਬਰਾਂ ਨਾਲ ਮਲਟੀਪਲਾਈ ਕਰਨਾ, ਆਹ ਵਾਲੇ 3 ਨੂੰ ਇੱਧਰਲੇ ਨੰਬਰਾਂ ਨਾਲ ਮਲਟੀਪਲਾਈ ਕਰਨਾ। 1 ਨੂੰ ਜਦੋਂ x ਦੀ ਵੈਲਿਊ ਕੱਢਣੀ ਆ, ਪਹਿਲਾਂ x ਦਾ ਪੁਆਇੰਟ ਫਿਰ y ਦਾ, ਜਦੋਂ x ਦੀ ਵੈਲਿਊ ਕੱਢਣੀ ਆ 1 ਨੂੰ x ਵਾਲੇ ਨੰਬਰ ਨਾਲ ਮਲਟੀਪਲਾਈ ਕਰਨਾ, 1 × 4 ਪਲੱਸ 3 ਨੂੰ ਆਹ ਵਾਲੇ x ਵਾਲੇ ਨਾਲ ਮਲਟੀਪਲਾਈ ਕਰਨਾ, 3 × 8 ਓਵਰ ਇਹਨਾਂ ਦੋਨਾਂ ਦਾ ਸਮ 3 + 1 ਇਜ਼ ਇਕੁਅਲ ਟੂ ਆ ਜਾਏਗਾ 4 + 8 3 ਦਾ 24 ਓਵਰ 4 ਆ ਗਿਆ। ਇਹ ਆ ਗਿਆ 28/4, ਕੱਟੇ ਜਾਂਦੇ ਕੱਟਦੇ ਹੋ, ਨਹੀਂ ਤਾਂ ਇੱਦਾਂ ਹੀ ਰਹਿਣ ਦਿਓ। x ਦੀ ਵੈਲਿਊ ਆ ਗਈ 7। ਹੁਣ ਆਪਾਂ y ਦੀ ਵੈਲਿਊ ਕੱਢ ਲੈਣੀ ਆ। y ਦੀ ਵੈਲਿਊ ਕਿਵੇਂ ਕੱਢਾਂਗੇ, ਹੁਣ 1 ਨੂੰ ਕਿਹਦੇ ਨਾਲ ਮਲਟੀਪਲਾਈ ਕਰਨਾ, y ਵਾਲੀ ਰਕਮ ਦੇ ਨਾਲ, 1 × -3 ਫਿਰ ਪਲੱਸ 3 × 5 3 × 5 ਓਵਰ 3 + 1 3 + 1 1 × -3 -3 5 3 ਦਾ 15 ਓਵਰ 3 + 1 is 4 15 - 3 is 12 ਓਵਰ 4 4 3 ਦਾ ਆਨਸਰ ਆ ਗਿਆ 3। ਕੁਐਸਚਨ ਕੀ ਸੀਗਾ, ਫਾਈਂਡ ਦਾ ਕੋਆਰਡੀਨੇਟਸ ਆਫ ਦਾ ਪੁਆਇੰਟ, ਆਹ ਵਾਲਾ ਪੁਆਇੰਟ ਦੇ ਕੋਆਰਡੀਨੇਟਸ ਫਾਈਂਡ ਆਊਟ ਕਰਨੇ ਸੀ, ਮਤਲਬ ਵਿਚ ਡਿਵਾਈਡਸ ਲਾਈਨ ਸੈਗਮੈਂਟ ਜੁਆਇਨਿੰਗ ਥੀਸ ਪੁਆਇੰਟਸ ਇਨ ਦਾ ਰੇਸ਼ੋ 3:1। ਇਹ ਵਾਲੇ ਪੁਆਇੰਟ ਦੇ ਕੋਆਰਡੀਨੇਟਸ ਕੀ ਹੈਗੇ ਆ, x, y, x ਦੀ ਵੈਲਿਊ 7, ਸੋ ਦੇਅਰਫੋਰ required coordinates is equal to required coordinates is equal to ਪਹਿਲਾਂ x ਦਾ ਪੁਆਇੰਟ ਲਿਖ ਦੇਣਾ, ਫਿਰ y ਦਾ ਲਿਖ ਦੇਣਾ, p ਦੇ ਕੋਆਰਡੀਨੇਟਸ required ਸੀ। So this is how to apply the section formula in the given question। ਇਹ ਇੱਕ ਨੰਬਰ ਤੇ ਇੱਕ ਕੁਐਸਚਨ ਇਸ ਤਰ੍ਹਾਂ ਦਾ ਡਿਸਟੈਂਸ ਵਾਲਾ ਜਾਂ ਸੈਕਸ਼ਨ ਫਾਰਮੂਲਾ ਆਣਾ ਹੀ ਆਣਾ ਤੁਹਾਨੂੰ ਪੇਪਰ 'ਚ, ਬੋਰਡ ਦੇ ਪੇਪਰ 'ਚ। ਥੈਂਕ ਯੂ।